ओशो ਦੇ ਲੈਕਚਰ। ਇੱਕ ਕਹਾਣੀ ਹੈ। ਇੱਕ ਕੁਆਰੀ ਕੁੜੀ ਨੂੰ ਮੁੰਡਾ ਉਤਪੰਨ ਹੋ ਗਿਆ ਸੀ। ਉਹਦੇ ਪਰਿਵਾਰ ਵਾਲੇ ਘਬਰਾ ਗਏ ਸਨ। ਉਹਨਾਂ ਨੇ ਉਹ ਤੋਂ ਗਰਭ ਦਾ ਕਾਰਨ ਪੁੱਛਿਆ। ਉਹ ਬੋਲੀ ਕਿ ਪਿੰਡ ਦੇ ਬਾਹਰ ਠਹਿਰੇ ਹੋਏ ਸਾਧੂ ਨੇ ਉਹਦਾ ਕੁਆਰਪਣ ਭੰਗ ਕੀਤਾ। ਉਹਦੇ ਕ੍ਰੋਧਿਤ ਪਰਿਵਾਰ ਵਾਲਿਆਂ ਨੇ ਸਾਧੂ ਨੂੰ ਘੇਰ ਕੇ ਬਹੁਤ ਬੁਰਾ ਭਲਾ ਕਿਹਾ। ਉਸ ਸਾਧੂ ਨੇ ਸਭ ਸ਼ਾਂਤੀ ਨਾਲ ਸੁਣਿਆ ਤੇ ਕਿਹਾ, ਅਜਿਹਾ ਹੈ ਕੀ? ਉਹ ਸਿਰਫ ਇੰਨਾ ਹੀ ਬੋਲਿਆ ਸੀ ਤੇ ਬੱਚੇ ਦੇ ਪਾਲਣ ਦਾ ਭਾਰ ਉਹਨੇ ਆਪਣੇ ਉੱਤੇ ਲੈ ਲਿਆ ਸੀ। ਪਰ ਘਰ ਮੁੜ ਕੇ ਉਸ ਲੜਕੀ ਨੂੰ ਪਛਤਾਤਾਪ ਹੋਇਆ ਤੇ ਉਹਨੇ ਅਸਲੀ ਗੱਲ ਦੱਸ ਦਿੱਤੀ। ਉਹਨੇ ਦੱਸ ਦਿੱਤਾ ਕਿ ਉਹਨੇ ਸਾਧੂ ਨੂੰ ਤਾਂ ਇਹ ਤੋਂ ਪਹਿਲਾਂ ਕਦੇ ਦੇਖਿਆ ਹੀ ਨਹੀਂ ਸੀ। ਲੜਕੇ ਦੇ ਅਸਲੀ ਪਿਤਾ ਨੂੰ ਬਚਾਉਣ ਦੇ ਲਈ ਉਹਨੇ ਝੂਠੀ ਗੱਲ ਕਹਿਤੀ ਸੀ। ਉਹਦੇ ਪਰਿਵਾਰ ਦੇ ਲੋਕ ਬਹੁਤ ਦੁਖੀ ਹੋਏ। ਉਹਨਾਂ ਨੇ ਜਾ ਕੇ ਸਾਧੂ ਤੋਂ ਮਾਫੀ ਮੰਗੀ। ਸਾਧੂ ਨੇ ਸਾਰੀਆਂ ਗੱਲਾਂ ਸ਼ਾਂਤੀ ਨਾਲ ਸੁਣਿਆ ਤੇ ਕਿਹਾ, ਅਜਿਹਾ ਹੈ ਕੀ? ਜੀਵਨ 'ਚ ਸ਼ਾਂਤੀ ਆ ਜਾਏ ਫਿਰ ਇਹ ਸਾਰਾ ਜਗਤ ਤੇ ਜੀਵਨ ਇੱਕ ਅਭਿਨੈ ਤੋਂ ਜ਼ਿਆਦਾ ਕੁਝ ਵੀ ਨਹੀਂ ਰਹਿ ਜਾਂਦਾ। ਮੈਂ ਸਿਰਫ ਇੱਕ ਅਭਿਨੇਤਾ ਹੋ ਜਾਂਦਾ। ਬਾਹਰ ਕਹਾਣੀ ਚੱਲਦੀ ਜਾਂਦੀ ਹੈ, ਅੰਦਰ ਸ਼ੂਨਿਆ ਘਿਰਿਆ ਰਹਿੰਦਾ ਹੈ। ਇਸ ਸਥਿਤੀ ਨੂੰ ਪਾ ਕੇ ਹੀ ਸੰਸਾਰ ਦੀ ਗੁਲਾਮੀ ਤੋਂ ਮੁਕਤੀ ਹੁੰਦੀ ਹੈ। ਮੈਂ ਦਾਸ ਹਾਂ ਕਿਉਂਕਿ ਜੋ ਵੀ ਬਾਹਰੋਂ ਆਉਂਦਾ ਹੈ ਉਸ ਨਾਲ ਪ੍ਰਭਾਵਿਤ ਹੁੰਦਾ ਹਾਂ। ਕੋਈ ਵੀ ਬਾਹਰੋਂ ਮੇਰੇ ਅੰਦਰ ਨੂੰ ਬਦਲ ਸਕਦਾ ਹੈ। ਮੈਂ ਇਸ ਤਰ੍ਹਾਂ ਪਰਤੰਤਰ ਹਾਂ। ਬਾਹਰੋਂ ਮੁਕਤੀ ਹੋ ਜਾਏ, ਬਾਹਰ ਕੁਝ ਵੀ ਹੋਵੇ, ਪਰ ਮੈਂ ਅੰਦਰ ਉਹੀ ਰਹਿ ਸਕਾਂ ਜੋ ਕਿ ਹਾਂ। ਫਿਰ ਆਪਣੇ ਦਾ ਤੇ ਆਜ਼ਾਦੀ ਦਾ ਆਰੰਭ ਹੁੰਦਾ ਹੈ। ਇਹ ਮੁਕਤੀ ਸ਼ੂਨਿਆ ਪ੍ਰਾਪਤੀ ਤੋਂ ਸ਼ੁਰੂ ਹੁੰਦੀ ਹੈ। ਸ਼ੂਨਿਆ ਹੋਣਾ ਹੈ, ਸ਼ੂਨਿਆ ਅਨੁਭਵ ਕਰਨਾ ਹੈ। ਉੱਠਦੇ ਬੈਠਦੇ ਚਲਦੇ ਸੌਂਦੇ ਜਾਣਨਾ ਹੈ ਕਿ ਮੈਂ ਸ਼ੂਨਿਆ ਹਾਂ ਤੇ ਇਹਨੂੰ ਯਾਦ ਰੱਖਣਾ ਹੈ। ਸ਼ੂਨਿਆ ਨੂੰ ਯਾਦ ਰੱਖਦੇ ਰੱਖਦੇ ਸ਼ੂਨਿਆ ਹੋ ਜਾਂਦਾ ਹਾਂ। ਸਾਹ 'ਚ ਸ਼ੂਨਿਆ ਭਰ ਜਾਂਦੀ ਹੈ ਤਾਂ ਬਾਹਰ ਸਰਲਤਾ ਆ ਜਾਂਦੀ ਹੈ। ਸ਼ੂਨਿਅਤਾ ਹੀ ਸਾਧੂਤਾ ਹੈ। ਧੰਨਵਾਦ। ਅੱਖਾਂ ਬੰਦ ਕਰਕੇ ਬੈਠਾ ਸਾਂ। ਅੱਖਾਂ ਨਾਲ ਦੇਖਦੇ ਦੇਖਦੇ ਮਨੁੱਖ ਅੱਖ ਬੰਦ ਕਰਕੇ ਦੇਖਣਾ ਹੀ ਭੁੱਲਦਾ ਜਾ ਰਿਹਾ ਹੈ। ਜੋ ਅੱਖ ਤੋਂ ਦਿਸਦਾ ਹੈ ਉਹਦੇ ਸਾਹਮਣੇ ਕੁਝ ਵੀ ਨਹੀਂ ਹੈ। ਜੋ ਅੱਖ ਬੰਦ ਕਰਕੇ ਦਿਸ ਜਾਂਦਾ ਹੈ। ਅੱਖ ਦਾ ਛੋਟਾ ਜਿਹਾ ਪਰਦਾ ਦੋ ਦੁਨੀਆਂ ਨੂੰ ਅਲੱਗ-ਅਲੱਗ ਕਰਦਾ ਤੇ ਜੋੜਦਾ ਹੈ। ਮੈਂ ਅੱਖਾਂ ਬੰਦ ਕਰੀ ਬੈਠਾ ਸੀ ਕਿ ਇੱਕ ਵਿਅਕਤੀ ਆਏ ਤੇ ਪੁੱਛਣ ਲੱਗੇ ਕਿ ਮੈਂ ਕੀ ਕਰ ਰਿਹਾ ਸੀ। ਤੇ ਜਦੋਂ ਮੈਂ ਕਿਹਾ ਕਿ ਕੁਝ ਦੇਖ ਰਿਹਾ ਸੀ ਤਾਂ ਹੈਰਾਨ ਜੇ ਹੋ ਗਏ। ਸ਼ਾਇਦ ਉਹਨਾਂ ਸੋਚਿਆ ਹੋਵੇਗਾ ਕਿ ਅੱਖਾਂ ਬੰਦ ਕਰਕੇ ਦੇਖਣਾ ਵੀ ਕੀ ਦੇਖਣਾ ਕਿਹਾ ਜਾ ਸਕਦਾ ਹੈ। ਅੱਖਾਂ ਖੋਲ੍ਹਦਾ ਤਾਂ ਸੀਮਾ 'ਚ ਆ ਜਾਣਾ, ਅੱਖਾਂ ਬੰਦ ਕਰਦਾ ਤਾਂ ਅਸੀਮ ਦੇ ਦੁਆਰ ਖੁੱਲ੍ਹ ਜਾਂਦੇ ਹਨ। ਇਸ ਵੱਲ ਦ੍ਰਿਸ਼ ਦਿਸਦੇ ਹਨ, ਉਸ ਵੱਲ ਦ੍ਰਿਸ਼ਟਾ ਦਿਖਾਈ ਦਿੰਦਾ ਹੈ। ਇੱਕ ਫਕੀਰ ਇਸਤਰੀ ਸੀ, ਰਾਬੀਆ। ਇੱਕ ਸੁੰਦਰ ਸਵੇਰ ਨੂੰ ਕਿਸੇ ਨੇ ਉਹਨੂੰ ਕਿਹਾ ਸੀ, ਰਾਬੀਆ ਅੰਦਰ ਝੌਂਪੜੇ 'ਚ ਕੀ ਕਰ ਰਹੀ ਹੈ? ਇੱਥੇ ਆਓ, ਬਾਹਰ ਦੇਖੋ। ਪ੍ਰਭੂ ਨੇ ਕਹੀ ਮਨੋਰਮ ਸਵੇਰ ਨੂੰ ਜਨਮ ਦਿੱਤਾ ਹੈ। ਰਾਬੀਆ ਨੇ ਅੰਦਰੋਂ ਹੀ ਕਿਹਾ ਸੀ, ਤੁਸੀਂ ਬਾਹਰ ਜਿਸ ਪ੍ਰਭਾਤ ਨੂੰ ਦੇਖ ਰਹੇ ਹੋ, ਮੈਂ ਅੰਦਰ ਉਹਦੇ ਹੀ ਬਣਾਉਣ ਵਾਲੇ ਨੂੰ ਦੇਖ ਰਹੀ ਹਾਂ। ਮਿੱਤਰ, ਤੁਸੀਂ ਅੰਦਰ ਆ ਜਾਓ ਤੇ ਜੋ ਇੱਥੇ ਹੈ ਉਸ ਸੁੰਦਰਤਾ ਦੇ ਅੱਗੇ ਬਾਹਰੀ ਕਿਸੇ ਸੁੰਦਰਤਾ ਦਾ ਅਰਥ ਨਹੀਂ ਹੈ। ਪਰ ਕਿੰਨੇ ਹਨ ਜੋ ਅੱਖ ਬੰਦ ਕਰਕੇ ਵੀ ਬਾਹਰ ਹੀ ਨਹੀਂ ਬਣੇ ਰਹਿਣਗੇ। ਇਕੱਲੀ ਅੱਖ ਬੰਦ ਕਰਨ ਨਾਲ ਅੱਖ ਬੰਦ ਨਹੀਂ ਹੁੰਦੀ। ਅੱਖ ਬੰਦ ਹੈ ਪਰ ਚਿੱਤਰ ਬਾਹਰ ਦੇ ਹੀ ਬਣ ਜਾਂਦੇ ਹਨ। ਪਲਕ ਬੰਦ ਹੈ ਪਰ ਦ੍ਰਿਸ਼ ਬਾਹਰ ਦੇ ਉਤਾਰੇ ਜਾ ਰਹੇ ਹਨ। ਇਹ ਅੱਖ ਦਾ ਬੰਦ ਹੋਣਾ ਨਹੀਂ ਹੈ। ਅੱਖ ਦੇ ਬੰਦ ਹੋਣ ਦਾ ਅਰਥ ਹੈ ਸ਼ੂਨਿਅਤਾ, ਸੁਪਨਿਆਂ ਤੇ ਵਿਚਾਰਾਂ ਤੋਂ ਮੁਕਤੀ। ਵਿਚਾਰ ਤੇ ਦ੍ਰਿਸ਼ ਦੇ ਖਤਮ ਹੋਣ ਤੇ ਅੱਖ ਬੰਦ ਹੁੰਦੀ ਹੈ ਤੇ ਫਿਰ ਜੋ ਪ੍ਰਗਟ ਹੁੰਦਾ ਹੈ ਉਹ ਸ਼ਾਸ਼ਵਤ ਚੇਤਨਾ ਹੈ। ਉਹੀ ਹੈ ਸਤ, ਉਹੀ ਹੈ ਚਿੱਤ, ਉਹੀ ਹੈ ਆਨੰਦ। ਇਹਨਾਂ ਅੱਖਾਂ ਦੀ ਸਾਰੀ ਖੇਡ ਹੈ। ਅੱਖ ਬਦਲੀ ਤੇ ਸਭ ਬਦਲ ਜਾਂਦਾ ਹੈ। ਧੰਨਵਾਦ। 1 ਸਾਲ ਹੋਇਆ ਉਦੋਂ ਕੁਝ ਬੀਜ ਬੀਜੇ ਸਨ। ਹੁਣ ਉਹਨਾਂ 'ਚ ਫੁੱਲ ਆ ਗਏ ਹਨ। ਕਿੰਨਾ ਚਾਹਿਆ ਕਿ ਫੁੱਲ ਸਿੱਧੇ ਆ ਜਾਣ, ਪਰ ਫੁੱਲ ਸਿੱਧੇ ਨਹੀਂ ਆਉਂਦੇ। ਫੁੱਲ ਲਿਆਉਣਾ ਹੋਵੇ ਤਾਂ ਬੀਜ ਬੀਜਣੇ ਪੈਂਦੇ ਹਨ। ਪੌਦਾ ਸੰਭਾਲਣਾ ਪੈਂਦਾ ਹੈ ਤੇ ਉਦੋਂ ਇੰਤਜ਼ਾਰੀ ਦਾ ਦਰਸ਼ਨ ਹੁੰਦਾ ਹੈ। ਇਹ ਪ੍ਰਕਿਰਿਆ ਫੁੱਲਾਂ ਦੇ ਸੰਬੰਧ 'ਚ ਨਹੀਂ, ਜੀਵਨ ਦੇ ਸੰਬੰਧ 'ਚ ਵੀ ਸੱਚ ਹੈ। ਫੁੱਲ ਹਨ, ਕੋਈ ਇਹਨਾਂ ਨੂੰ ਸਿੱਧਾ ਨਹੀਂ ਲਿਆ ਸਕਦਾ। ਇਹਨਾਂ ਨੂੰ ਲਿਆਉਣ ਲਈ ਆਤਮ ਗਿਆਨ ਦੇ ਬੀਜ ਬੀਜਣੇ ਪੈਂਦੇ ਹਨ। ਉਹਦੇ ਆਉਂਦੇ ਹੀ ਇਹ ਸਭ ਆਪਣੇ ਆਪ ਚਲੇ ਆਉਂਦੇ ਹਨ। ਆਤਮ ਗਿਆਨ ਮੂਲ ਹੈ, ਬਾਕੀ ਸਭ ਉਹਦੇ ਨਤੀਜੇ ਹਨ। ਜੀਵਨ ਦੇ ਬਾਹਰੀ ਆਚਾਰ ਦਾ ਕਰੂਪ ਹੋਣਾ ਆਂਤਰਿਕ ਸੜਨ ਦਾ ਪ੍ਰਤੀਕ ਹੁੰਦਾ ਹੈ ਤੇ ਉਹਦੀ ਸੁੰਦਰਤਾ ਆਂਤਰਿਕ ਜੀਵਨ ਤੇ ਸੰਗੀਤ ਦੀ ਪ੍ਰਤੀਧਵਨੀ ਹੁੰਦੀ ਹੈ। ਇਹਦੇ ਲੱਛਣਾਂ ਨੂੰ ਬਦਲਣ ਤੇ ਪਰਿਵਰਤਨ ਕਰਨ ਨਾਲ ਕੁਝ ਵੀ ਨਹੀਂ ਹੋ ਸਕਦਾ।
ਅਸਲ 'ਚ ਜਿੱਥੇ ਵਿਕਾਰ ਦੀਆਂ ਜੜ੍ਹਾਂ ਹਨ ਉੱਥੇ ਬਦਲਾਹਟ ਕਰਨੀ ਹੈ। ਆਤਮ ਅਗਿਆਨ ਵਿਕਾਰ ਦੀ ਜੜ ਹੈ। ਮੈਂ ਕੌਣ ਹਾਂ ਇਹ ਜਾਣਨਾ ਹੈ। ਇਹ ਜਾਣਦੇ ਹੀ ਅਭੈ ਤੇ ਅਦਵੈਤ ਦੀ ਪ੍ਰਾਪਤੀ ਹੁੰਦੀ ਹੈ। ਅਦਵੈਤ ਬੋਧ, ਇਹ ਬੋਧ ਕਿ ਜੋ ਮੈਂ ਹਾਂ ਉਹੀ ਦੂਸਰਾ ਵੀ ਹੈ, ਸਾਰੀ ਹਿੰਸਾ ਨੂੰ ਜੜ ਤੋਂ ਨਸ਼ਟ ਕਰ ਦਿੰਦਾ ਹੈ ਤੇ ਨਤੀਜੇ 'ਚ ਆਉਂਦੀ ਹੈ ਅਹਿੰਸਾ। ਪਰ ਨੂੰ ਪਰ ਜਾਣਨਾ ਹਿੰਸਾ ਹੈ, ਪਰ ਵਿੱਚ ਸਵੈ ਦੇ ਦਰਸ਼ਨ ਅਹਿੰਸਾ ਹੈ ਤੇ ਇਹ ਹਿੰਸਾ ਹੈ ਧਰਮ ਦੀ ਆਤਮਾ। ਧੰਨਵਾਦ। ਰਾਤੀ ਪਾਣੀ ਵਰਿਆ ਤੇ ਮੈਂ ਅੰਦਰ ਆ ਗਿਆ ਸੀ। ਖਿੜਕੀਆਂ ਬੰਦ ਸਨ ਤੇ ਬੜੀ ਘੁੱਟਣ ਲੱਗਣ ਲੱਗੀ ਸੀ। ਫਿਰ ਖਿੜਕੀਆਂ ਖੋਲੀਆਂ ਤੇ ਹਵਾ ਦੇ ਨਵੇਂ ਨਹਾਤੇ ਝੋਕੇ ਨਾਲ ਤਾਜ਼ਗੀ ਦਾ ਪ੍ਰਵੇਸ਼ ਹੋਇਆ ਤੇ ਫਿਰ ਮੈਂ ਕਦੋਂ ਸੌਂ ਗਿਆ ਪਤਾ ਨਹੀਂ। ਸੁਬਹ ਇੱਕ ਸੱਜਣ ਆਏ ਸਨ। ਉਹਨਾਂ ਨੂੰ ਦੇਖ ਕੇ ਰਾਤ ਦੀ ਘੁੱਟਣ ਯਾਦ ਆ ਗਈ ਸੀ। ਲੱਗਿਆ ਜਿਵੇਂ ਉਹਨਾਂ ਦੇ ਮਨ ਦੀਆਂ ਸਾਰੀਆਂ ਖਿੜਕੀਆਂ ਦਰਵਾਜ਼ੇ ਬੰਦ ਹੋਣ। ਇੱਕ ਵੀ ਝਰੋਖਾ ਉਹਨਾਂ ਨੇ ਆਪਣੇ ਅੰਦਰ ਖੁੱਲ੍ਹਾ ਨਹੀਂ ਛੱਡਿਆ, ਜਿਸ ਨਾਲ ਬਾਹਰ ਦੀਆਂ ਤਾਜ਼ੀਆਂ ਹਵਾਵਾਂ, ਤਾਜ਼ੀ ਰੌਸ਼ਨੀ ਅੰਦਰ ਆ ਸਕੇ ਤੇ ਮੈਨੂੰ ਸਭ ਕੁਝ ਬੰਦ ਦਿਸਣ ਲੱਗਿਆ। ਮੈਂ ਉਹਨਾਂ ਨਾਲ ਗੱਲ ਕਰ ਵੀ ਰਿਹਾ ਸੀ ਤੇ ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਕਿ ਮੈਂ ਦੀਵਾਰਾਂ ਨਾਲ ਗੱਲਾਂ ਕਰ ਰਿਹਾ ਹੋਵਾਂ। ਫਿਰ ਮੈਂ ਸੋਚਿਆ ਜ਼ਿਆਦਾ ਲੋਕ ਇਸੇ ਤਰ੍ਹਾਂ ਬੰਦ ਹਨ ਤੇ ਹੋਰ ਜੀਵਨ ਦੀ ਤਾਜ਼ਗੀ, ਸੁੰਦਰਤਾ ਤੇ ਨਵੇਂਪਣ ਤੋਂ ਵੰਚਿਤ ਹਨ। ਮਨੁੱਖ ਆਪਣੇ ਹੱਥੀਂ ਖੁਦ ਨੂੰ ਇੱਕ ਜੇਲ੍ਹ ਬਣਾ ਲੈਂਦਾ ਹੈ। ਇਸ ਕੈਦ ਵਿੱਚ ਘੁੱਟਣ ਤੇ ਤਕਲੀਫ ਮਹਿਸੂਸ ਹੁੰਦੀ ਹੈ, ਪਰ ਉਹਨੂੰ ਮੂਲ ਕਾਰਨ ਦਾ, ਊਬ ਤੇ ਘਬਰਾਹਟ ਦੇ ਮੂਲ ਸਰੋਤ ਦਾ ਪਤਾ ਨਹੀਂ ਚੱਲਦਾ। ਸਾਰਾ ਜੀਵਨ ਇਸ ਤਰ੍ਹਾਂ ਹੀ ਬੀਤ ਜਾਂਦਾ ਹੈ। ਜੋ ਖੁੱਲ੍ਹੇ ਆਕਾਸ਼ 'ਚ ਉੱਡਣ ਦਾ ਆਨੰਦ ਲੈ ਸਕਦਾ ਸੀ, ਉਹ ਇੱਕ ਤੋਤੇ ਦੇ ਪਿੰਜਰੇ 'ਚ ਬੰਦ ਸਾਹ ਤੋੜ ਦਿੰਦਾ ਹੈ। ਚਿੱਤ ਦੀਆਂ ਦੀਵਾਰਾਂ ਤੋੜ ਦੇਣ ਤੇ ਖੁੱਲ੍ਹਾ ਆਕਾਸ਼ ਪ੍ਰਾਪਤ ਹੋ ਜਾਂਦਾ ਹੈ ਤੇ ਖੁੱਲ੍ਹਾ ਆਕਾਸ਼ ਹੀ ਜੀਵਨ ਹੈ। ਇਹ ਖੁੱਲ੍ਹ ਹਰ ਕੋਈ ਪਾ ਸਕਦਾ ਹੈ ਤੇ ਮੁਕਤੀ ਹਰੇਕ ਨੇ ਪਾ ਲੈਣੀ ਹੈ। ਇਹ ਮੈਂ ਰੋਜ਼ ਕਹਿ ਰਿਹਾ, ਸ਼ਾਇਦ ਮੇਰੀ ਗੱਲ ਸਾਰਿਆਂ ਤੱਕ ਪਹੁੰਚਦੀ ਨਹੀਂ ਹੈ। ਉਹਨਾਂ ਦੀਆਂ ਦੀਵਾਰਾਂ ਮਜ਼ਬੂਤ ਹਨ, ਪਰ ਦੀਵਾਰਾਂ ਕਿੰਨੀਆਂ ਵੀ ਮਜ਼ਬੂਤ ਕਿਉਂ ਨਾ ਹੋਣ, ਉਹ ਅਸਲ ਵਿੱਚ ਕਮਜ਼ੋਰ ਤੇ ਦੁਖੀ ਹਨ। ਉਹਨਾਂ ਦੇ ਵਿਰੋਧ ਵਿੱਚ ਇਹੀ ਆਸ਼ਾ ਦੀ ਕਿਰਨ ਹੈ ਕਿ ਉਹ ਦੁਖੀ ਹਨ, ਤੇ ਜੋ ਦੁਖੀ ਹੈ ਉਹ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਦਾ। ਸਿਰਫ ਆਨੰਦ ਹੀ ਨਿੱਤ ਹੋ ਸਕਦਾ ਹੈ। ਧੰਨਵਾਦ। ਧੁੱਪ ਵਿੱਚ ਮੰਦਰਾਂ ਦੇ ਕਲਸ਼ ਚਮਕ ਰਹੇ ਹਨ। ਆਕਾਸ਼ ਖੁੱਲ੍ਹਿਆ ਤੇ ਰਸਤੇ 'ਚ ਲੋਕਾਂ ਦੀ ਭੀੜ ਵੱਧਦੀ ਜਾ ਰਹੀ ਹੈ। ਮੈਂ ਰਾਹ ਚੱਲਦੇ ਲੋਕਾਂ ਨੂੰ ਦੇਖਦਾ ਹਾਂ। ਨਹੀਂ ਪਤਾ ਕਿਉਂ ਅਜਿਹਾ ਨਹੀਂ ਲੱਗਦਾ ਕਿ ਉਹ ਜਿਉਂਦੇ ਹਨ। ਜੀਵਨ ਦਾ ਅਸਤਿਤਵ ਦਾ ਬੋਧ ਨਾ ਹੋਵੇ ਤਾਂ ਕਿਸੇ ਨੂੰ ਜਿਉਂਦੇ ਕਿਵੇਂ ਕਿਹਾ ਜਾ ਸਕਦਾ ਹੈ? ਜੀਵਨ ਆਉਂਦਾ ਹੈ ਤੇ ਕਦੋਂ ਖਰਚ ਹੋ ਜਾਂਦਾ ਹੈ, ਇਹ ਕਿਵੇਂ ਗਿਆਤ ਹੀ ਨਹੀਂ ਹੋ ਪਾਉਂਦਾ। ਅਸਲ 'ਚ ਜਦੋਂ ਮੌਤ ਦੀਆਂ ਘੜੀਆਂ ਆਉਂਦੀਆਂ ਹਨ, ਉਦੋਂ ਜੀਵਨ ਦਾ ਬੋਧ ਹੁੰਦਾ ਹੈ। ਇੱਕ ਕਹਾਣੀ ਪੜ੍ਹੀ ਸੀ। ਇੱਕ ਵਿਅਕਤੀ ਸੀ, ਬਿਲਕੁਲ ਭੁਲੱਕੜ। ਉਹ ਭੁੱਲ ਹੀ ਗਿਆ ਸੀ ਕਿ ਉਹ ਜੀਵਤ ਹੈ। ਫਿਰ ਇੱਕ ਦਿਨ ਸਵੇਰੇ ਉੱਠਿਆ ਤੇ ਉਹਨੇ ਪਾਇਆ ਕਿ ਉਹ ਮਰ ਗਿਆ ਹੈ। ਉਦੋਂ ਉਹਨੂੰ ਗਿਆਤ ਹੋਇਆ ਕਿ ਉਹ ਜੀਵਤ ਵੀ ਸੀ। ਇਸ ਕਹਾਣੀ 'ਚ ਬਹੁਤ ਸੱਚ ਹੈ। ਮੈਂ ਇਸ ਕਹਾਣੀ ਨੂੰ ਯਾਦ ਕਰ ਰਿਹਾ, ਬਹੁਤ ਹਾਸਾ ਆਉਂਦਾ ਹੈ। ਮਰ ਕੇ ਵੀ ਕਿਸੇ ਨੇ ਪਾਇਆ ਕਿ ਉਹ ਜੀਵਤ ਸੀ, ਪਰ ਹਾਸਾ ਹੌਲੀ ਹੌਲੀ ਉਦਾਸੀ 'ਚ ਬਦਲ ਜਾਂਦਾ ਹੈ। ਇਹ ਕਿੰਨੀ ਦਇਆਪੂਰਨ ਸਥਿਤੀ ਹੈ। ਮੈਂ ਇਹ ਸੋਚ ਹੀ ਰਿਹਾ ਸੀ ਕਿ ਕੁਝ ਲੋਕ ਆ ਗਏ। ਉਹਨਾਂ ਨੂੰ ਦੇਖਦਾ ਹਾਂ, ਉਹਨਾਂ ਦੀਆਂ ਗੱਲਾਂ ਸੁਣਦਾ ਹਾਂ, ਉਹਨਾਂ ਦੀਆਂ ਅੱਖਾਂ 'ਚ ਝਾਕਦਾ ਹਾਂ। ਜੀਵਨ ਉਹਨਾਂ 'ਚ ਕਿਤੇ ਵੀ ਨਹੀਂ ਹੈ। ਉਹ ਤਾਂ ਛਾਵਾਂ ਦੀ ਤਰ੍ਹਾਂ ਹਨ। ਸਾਰਾ ਸੰਸਾਰ ਛਾਵਾਂ ਨਾਲ ਭਰਿਆ ਗਿਆ ਹੈ। ਆਪਣੇ ਹੱਥੀਂ ਜ਼ਿਆਦਾ ਲੋਕ ਪ੍ਰੇਤ ਲੋਕ 'ਚ ਰਹਿ ਰਹੇ ਹਨ ਤੇ ਇਹਨਾਂ ਛਾਵਾਂ ਦੇ ਅੰਦਰ ਜਿਉਂਦੀ ਅੱਗ ਹੈ। ਜੀਵਨ ਹੈ, ਲੇਕਿਨ ਉਹਨਾਂ ਨੂੰ ਇਹਦਾ ਪਤਾ ਹੀ ਨਹੀਂ ਹੈ। ਇਸ ਛਾਂ ਜੀਵਨ ਦੇ ਅੰਦਰ ਅਸਲੀ ਜੀਵਨ ਹੈ ਤੇ ਪ੍ਰੇਤ ਜੀਵਨ ਦੇ ਪਾਰ ਸੱਚਾ ਜੀਵਨ ਵੀ ਹੈ, ਜਿਹਨੂੰ ਹੁਣੇ ਤੇ ਇਸੇ ਵਕਤ ਪਾਇਆ ਜਾ ਸਕਦਾ ਹੈ। ਤੇ ਇਹਨੂੰ ਪਾਉਣ ਦੀ ਸ਼ਰਤ ਕਿੰਨੀ ਛੋਟੀ ਹੈ ਤੇ ਇਹਨੂੰ ਪਾਉਣ ਦਾ ਢੰਗ ਕਿੰਨਾ ਸਰਲ ਹੈ। ਕੱਲ ਮੈਂ ਕਿਹਾ, ਦ੍ਰਿਸ਼ਟੀ ਨੂੰ ਅੰਦਰ ਲੈ ਚੱਲਣਾ। ਲੈਕਚਰ। ਇੱਕ ਯੁਵਕ ਨੇ ਆ ਕੇ ਕਿਹਾ ਕਿ ਮੈਂ ਨਾਸਤਿਕ ਹੋ ਗਿਆ ਹਾਂ। ਮੈਂ ਉਹਨੂੰ ਦੇਖਦਾ ਹਾਂ, ਉਹਨੂੰ ਪਹਿਲਾਂ ਤੋਂ ਜਾਣਦਾ ਹਾਂ। ਜੀਵਨ ਸੱਚ ਨੂੰ ਜਾਣਨ ਦੀ ਉਹਦੀ ਪਿਆਸ ਤੀਬਰ ਹੈ। ਉਹ ਕਿਸੇ ਵੀ ਕੀਮਤ ਤੇ ਸੱਚ ਨੂੰ ਅਨੁਭਵ ਕਰਨਾ ਚਾਹੁੰਦਾ ਹੈ। ਉਸ ਵਿੱਚ ਤੀਬਰ ਪ੍ਰਤਿਭਾ ਹੈ ਤੇ ਸਤਈ ਆਸਥਾਵਾਂ ਉਹਨੂੰ ਤ੍ਰਿਪਤ ਨਹੀਂ ਕਰਦੀਆਂ। ਸੰਸਕਾਰ, ਪਰੰਪਰਾਵਾਂ ਤੇ ਰੂੜੀਆਂ ਉਹਨੂੰ ਕੁਝ ਵੀ ਨਹੀਂ ਦੇ ਪਾ ਰਹੀਆਂ। ਉਹ ਸੰਦੇਹ ਤੇ ਸ਼ੰਕਾਵਾਂ ਨਾਲ ਘਿਰ ਗਿਆ ਹੈ। ਸਾਰੇ ਮਾਨਸਿਕ ਸਹਾਰੇ ਤੇ ਧਾਰਨਾਵਾਂ ਖੰਡਿਤ ਹੋ ਗਈਆਂ ਹਨ ਤੇ ਉਹਦੇ ਇੱਕ ਸੰਘਣੇ ਨਾਕਾਰ ਵਿੱਚ ਡੁੱਬ ਗਿਆ ਹੈ। ਮੈਂ ਚੁੱਪ ਹਾਂ। ਉਹ ਦੁਬਾਰਾ ਬੋਲਿਆ,
ईश्वर तो मेरी श्रद्धा हट गई है, कोई ईश्वर नहीं है, मैं अधार्मिक हो गया। मैं ਉਹਨੂੰ ਕਹਿੰਦਾ ਕਿ ਇਹ ਨਾ ਕਰੋ। ਨਾਸਤਿਕ ਹੋਣਾ ਅਧਾਰਮਿਕ ਹੋਣਾ ਨਹੀਂ ਹੈ। ਵਾਸਤਵਿਕ ਆਸਤਿਕਤਾ ਪਾਉਣ ਲਈ ਨਾਕਾਰ ਵਿੱਚੋਂ ਗੁਜ਼ਰਨਾ ਹੀ ਪੈਂਦਾ ਹੈ। ਉਹ ਅਧਾਰਮਿਕ ਹੋਣ ਦਾ ਨਹੀਂ, ਅਸਲ 'ਚ ਧਾਰਮਿਕ ਹੋਣ ਦਾ ਆਰੰਭ ਹੈ। ਸੰਸਕਾਰਾਂ ਤੋਂ, ਸਿੱਖਿਆ ਤੋਂ, ਵਿਚਾਰਾਂ ਤੋਂ ਮਿਲੀ ਆਸਤਿਕਤਾ ਕੋਈ ਆਸਤਿਕਤਾ ਨਹੀਂ ਹੈ। ਜੋ ਉਸ ਨਾਲ ਤ੍ਰਿਪਤ ਹੈ ਉਹ ਭਰਮ ਵਿੱਚ ਹਨ। ਉਹ ਵਿਪਰੀਤ ਵਿਚਾਰਾਂ 'ਚ ਪਲਦਾ ਤਾਂ ਉਹਦਾ ਮਨ ਵਿਪਰੀਤ ਨਿਰਮਿਤ ਹੋ ਸਕਦਾ ਸੀ ਤੇ ਫਿਰ ਉਸ ਨਾਲ ਹੀ ਤ੍ਰਿਪਤ ਹੋ ਜਾਂਦਾ। ਮਨ ਤੇ ਪਏ ਸੰਸਕਾਰ ਪ੍ਰਿਧੀ ਦੀ ਸਤਾ ਦੀ ਘਟਨਾ ਹੈ। ਉਹ ਮਰੀ ਪਰਤ ਹੈ, ਉਧਾਰ ਤੇ ਬਾਸੀ ਸਥਿਤੀ ਹੈ। ਕੋਈ ਵੀ ਸੱਚਮੁੱਚ ਆਤਮਿਕ ਜੀਵਨ ਦੇ ਲਈ ਪਿਆਸਾ ਵਿਅਕਤੀ ਉਸ ਕਾਲਪਨਿਕ ਜਲ ਨਾਲ ਆਪਣੀ ਪਿਆਸ ਨਹੀਂ ਬੁਝਾ ਸਕਦਾ ਤੇ ਇਸ ਅਰਥ ਵਿੱਚ ਉਹ ਵਿਅਕਤੀ ਧੰਨ ਭਾਗੀ ਹੈ, ਕਿਉਂਕਿ ਵਾਸਤਵਿਕ ਪਾਣੀ ਨੂੰ ਪਾਉਣ ਦੀ ਖੋਜ ਇਸੇ ਬੇਬੁਝੀ ਪਿਆਸ ਤੋਂ ਆਰੰਭ ਹੁੰਦੀ ਹੈ। ਈਸ਼ਵਰ ਦਾ ਧੰਨਵਾਦ ਕਰ ਕਿ ਤੂੰ ਈਸ਼ਵਰ ਦੀ ਧਾਰਨਾ 'ਚ ਸਹਿਮਤ ਨਾ ਹੋਵੇਂ, ਕਿਉਂਕਿ ਅਸਹਿਮਤੀ ਹੀ ਈਸ਼ਵਰ ਦੇ ਸੱਚ ਤੱਕ ਤੈਨੂੰ ਲਿਜਾ ਸਕਦੀ ਹੈ। ਮੈਂ ਉਸ ਯੁਵਕ ਦੇ ਚਿਹਰੇ ਤੇ ਇੱਕ ਪ੍ਰਕਾਸ਼ ਫੈਲਦਾ ਵੇਖਦਾ, ਇੱਕ ਸ਼ਾਂਤੀ ਤੇ ਭਰੋਸਾ ਉਹਦੀਆਂ ਅੱਖਾਂ 'ਚ ਆ ਗਿਆ। ਜਾਂਦੇ ਸਮੇਂ ਮੈਂ ਉਹਨੂੰ ਕਹਿ ਰਿਹਾ, ਇੰਨਾ ਯਾਦ ਰੱਖਣਾ ਕਿ ਨਾਸਤਿਕਤਾ ਧਾਰਮਿਕ ਜੀਵਨ ਦੀ ਸ਼ੁਰੂਆਤ ਹੈ, ਇਹ ਅੰਤ ਨਹੀਂ ਹੈ, ਇਹ ਪਿਛੋਕੜ ਹੈ, ਪਰ ਇਹਦੇ ਇਸ ਤੇ ਹੀ ਰੁਕ ਨਹੀਂ ਜਾਣਾ। ਉਹ ਰਾਤ ਹੈ, ਉਸ ਵਿੱਚ ਹੀ ਡੁੱਬ ਨਹੀਂ ਜਾਣਾ। ਉਹਦੇ ਬਾਅਦ ਹੀ, ਉਸ ਨਾਲ ਹੀ ਸੁਬਾਹ ਦਾ ਜਨਮ ਹੁੰਦਾ ਹੈ। ਧੰਨਵਾਦ। ਕੱਲ ਰਾਤ ਨਗਰ ਤੋਂ ਦੂਰ ਇੱਕ ਅੰਬਾਂ ਦੇ ਬਾਗ 'ਚ ਬੈਠੇ ਸੀ। ਥੋੜ੍ਹੀਆਂ ਜਿਹੀਆਂ ਬਦਲੀਆਂ ਸਨ ਤੇ ਉਹਨਾਂ ਦੇ ਵਿੱਚ ਚੰਦ ਨਿਕਲਦਾ ਛਿਪਦਾ ਜਾ ਰਿਹਾ ਸੀ। ਪ੍ਰਕਾਸ਼ ਤੇ ਛਾਂ ਦੀ ਇਸ ਲੀਲਾ 'ਚ ਕੁਝ ਲੋਕ ਦੇਰ ਤੱਕ ਮੌਨ ਮੇਰੇ ਕੋਲ ਬੈਠੇ ਰਹੇ ਸਨ। ਕਦੇ-ਕਦੇ ਬੋਲਣਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ। ਵਾਤਾਵਰਨ 'ਚ ਜਦੋਂ ਇੱਕ ਸੰਗੀਤ ਘੁਲਿਆ ਹੁੰਦਾ ਹੈ, ਉਦੋਂ ਡਰ ਲੱਗਦਾ ਹੈ ਕਿ ਕਿਤੇ ਬੋਲਣ ਨਾਲ ਉਹ ਟੁੱਟ ਨਾ ਜਾਏ। ਅਜਿਹਾ ਹੀ ਕੱਲ ਰਾਤ ਹੋਇਆ। ਬਹੁਤ ਰਾਤ ਹੋਈ ਘਰ ਮੁੜਿਆ। ਰਾਜ ਕੋਈ ਕਹਿ ਰਿਹਾ ਸੀ ਕਿ ਜੀਵਨ 'ਚ ਮੌਨ ਦਾ ਅਨੁਭਵ ਪਹਿਲੀ ਵਾਰ ਹੋਇਆ। ਇਹ ਸੁਣਿਆ ਸੀ ਮੌਨ ਅਦਭੁਤ ਆਨੰਦ ਹੈ, ਪਰ ਜਾਣਿਆ ਇਹਨੂੰ ਅੱਜ ਹੈ। ਪਰ ਅੱਜ ਤਾਂ ਇਹ ਅਚਾਨਕ ਹੋਇਆ, ਫਿਰ ਦੁਬਾਰਾ ਕਿਵੇਂ ਹੋਏਗਾ? ਮੈਂ ਕਿਹਾ, ਜੋ ਅਚਾਨਕ ਹੋਇਆ ਉਹ ਅਚਾਨਕ ਹੀ ਹੁੰਦਾ ਹੈ, ਯਤਨ ਨਾਲ ਨਹੀਂ ਆਉਂਦਾ। ਯਤਨ ਖੁਦ ਅਸ਼ਾਂਤੀ ਹੈ। ਯਤਨ ਦਾ ਅਰਥ ਹੈ ਕਿ ਜੋ ਹੈ ਉਸ ਤੋਂ ਕੁਝ ਭਿੰਨ ਚਾਹਿਆ ਜਾ ਰਿਹਾ ਹੈ। ਇਹ ਸਥਿਤੀ ਤਣਾਅ ਦੀ ਹੈ। ਤਣਾਅ 'ਚ ਤਣਾਅ ਹੀ ਪੈਦਾ ਹੁੰਦਾ ਹੈ। ਅਸ਼ਾਂਤੀ 'ਚ ਕੀਤਾ ਗਿਆ ਕੁਝ ਵੀ ਅਸ਼ਾਂਤੀ ਹੀ ਲਿਆਉਂਦਾ ਹੈ। ਅਸ਼ਾਂਤੀ ਸ਼ਾਂਤੀ ਵਿੱਚ ਨਹੀਂ ਬਦਲਦੀ। ਸ਼ਾਂਤੀ ਚੇਤਨਾ ਦੀ ਇੱਕ ਭਿੰਨ ਸਥਿਤੀ ਹੈ। ਜਦੋਂ ਅਸ਼ਾਂਤੀ ਨਹੀਂ ਹੁੰਦੀ, ਉਦੋਂ ਉਹਦਾ ਹੋਣਾ ਹੁੰਦਾ ਹੈ। ਕੁਛ ਨਾ ਕਰੋ, ਕੋਈ ਯਤਨ ਨਾ ਕਰੋ, ਸਭ ਕਰਨਾ ਛੱਡ ਦਿਓ ਤੇ ਸਿਰਫ ਦੇਖਦੇ ਰਹਿ ਜਾਓ ਤੇ ਫਿਰ ਪਾਇਆ ਜਾਂਦਾ ਹੈ ਕਿ ਇੱਕ ਨਵੀਂ ਚੇਤਨਾ, ਇੱਕ ਨਵਾਂ ਪ੍ਰਕਾਸ਼ ਆਹਿਸਤਾ ਉਤਰਦਾ ਚੱਲਿਆ ਆ ਰਿਹਾ ਹੈ। ਇਸ ਨਵੇਂ ਲੋਕ ਵਿੱਚ ਜੋ ਪਾਇਆ ਜਾਂਦਾ ਹੈ ਉਹ ਅਸਲ ਹੈ। ਜੋ ਹੈ ਉਹਦਾ ਉਦਘਾਟਨ ਆਨੰਦ ਹੈ, ਉਹਦਾ ਉਦਘਾਟਨ ਮੁਕਤੀ ਹੈ। ਇਹ ਸਾਡੇ ਤੁੱਛ ਯਤਨਾਂ ਨਾਲ ਨਹੀਂ, ਸਾਡੀ ਮੈਂ ਨਾਲ ਨਹੀਂ। ਸਿਰਫ ਜਦੋਂ ਯਤਨ ਨਹੀਂ ਹੁੰਦੇ, ਜਦੋਂ ਮੈਂ ਨਹੀਂ ਹੁੰਦਾ, ਉਦੋਂ ਆਉਂਦਾ ਹੈ। ਸੰਸਾਰ 'ਚ ਜੋ ਵੀ ਪਾਇਆ ਜਾਂਦਾ ਹੈ ਉਹ ਕਿਰਿਆ ਨਾਲ, ਕਰਮ ਨਾਲ ਪਾਇਆ ਜਾਂਦਾ ਹੈ। ਯਤਨ ਉੱਥੇ ਸਾਧਨ ਹੈ, ਮੈਂ ਉੱਥੇ ਕੇਂਦਰ ਹੈ। ਹਰੇਕ ਪ੍ਰਾਪਤੀ ਇਸ ਲਈ ਮੈਂ ਨੂੰ ਮਜ਼ਬੂਤ ਕਰ ਜਾਂਦੀ ਹੈ। ਅਸਲ 'ਚ ਪਾਉਣ ਵਿੱਚ ਮੈਂ ਨੂੰ ਮਜ਼ਬੂਤ ਕਰਨ ਤੇ ਫੈਲਾਉਣ ਦਾ ਹੀ ਸੁੱਖ ਹੈ। ਪਰ ਇਹ ਮੈਂ ਕਦੇ ਪੂਰਾ ਨਹੀਂ ਭਰਦਾ, ਇਹ ਸੁਭਾਅ ਦੇ ਉਲਟ ਹੈ। ਇਸ ਲਈ ਸੁੱਖ ਪ੍ਰਤੀਤ ਹੀ ਹੁੰਦਾ ਹੈ, ਕਦੇ ਉਹਨੂੰ ਪਾਇਆ ਨਹੀਂ ਜਾਂਦਾ। ਇਹ ਗੱਲ ਜਿਨ੍ਹਾਂ ਸਮਝੀ, ਕਿਹਾ ਕਿ ਸੰਸਾਰ 'ਚ ਦੁੱਖ ਹੈ। ਸੰਸਾਰ 'ਚ ਅਸੀਂ ਜੋ ਕਰਦੇ ਹਾਂ ਉਹੀ ਅਸੀਂ ਮੁਕਤੀ ਦੇ ਲਈ ਵੀ ਕਰਦੇ ਹਾਂ। ਉਸ ਨੂੰ ਵੀ ਪਾਉਣ 'ਚ ਲੱਗ ਜਾਂਦੇ ਹਨ ਤੇ ਇੱਥੇ ਭੁੱਲ ਹੋ ਜਾਂਦੀ ਹੈ। ਉਹਨੂੰ ਪਾਉਣਾ ਨਹੀਂ, ਸਿਰਫ ਖੁਦ ਨੂੰ ਗਵਾਉਣਾ ਹੈ। ਖੁਦ ਨੂੰ ਭੁੱਲਦੇ ਹੀ ਉਹਨੂੰ ਪਾ ਲਿਆ ਜਾਂਦਾ ਹੈ। ਧੰਨਵਾਦ। ਕੱਲ ਰਾਤ ਦੇਰ ਤੱਕ ਨਦੀ ਕਿਨਾਰੇ ਤੇ ਸਾਂ। ਨਦੀ ਦੀ ਧਾਰ ਚਾਂਦੀ ਦੇ ਫੀਤੇ ਦੀ ਤਰ੍ਹਾਂ ਦੂਰ ਤੱਕ ਚਮਕਦੀ ਚਲੀ ਗਈ ਹੈ। ਇੱਕ ਮਛੇਰਾ ਛੋਟੀ ਬੇੜੀ ਚਲਾਉਂਦਾ ਹੋਇਆ ਆਇਆ ਸੀ ਤੇ ਦੇਰ ਤੋਂ ਬੋਲਦੇ ਹੋਏ ਜਲ ਪੰਛੀ ਉਸ ਆਵਾਜ਼ ਨਾਲ ਚੁੱਪ ਹੋ ਗਏ ਸਨ। ਇੱਕ ਮਿੱਤਰ ਨਾਲ ਸਨ। ਉਹਨਾਂ ਨੇ ਇੱਕ ਭਜਨ ਗਾਇਆ ਸੀ ਤੇ ਫਿਰ ਗੱਲ ਈਸ਼ਵਰ ਤੇ ਚਲੀ ਗਈ ਸੀ। ਗੀਤ ਵਿੱਚ ਵੀ ਈਸ਼ਵਰ ਦੀ ਖੋਜ ਦੀ ਗੱਲ ਸੀ। ਜਿਨ੍ਹਾਂ ਨੇ ਉਹਨੂੰ ਗਾਇਆ ਸੀ ਉਹਨਾਂ ਦੇ ਜੀਵਨ ਤੇ ਅਨੇਕ ਸਾਲ ਈਸ਼ਵਰ ਦੀ ਤਲਾਸ਼ 'ਚ ਬੀਤੇ ਹਨ। ਮੇਰੀ ਜਾਣ ਪਛਾਣ ਉਹਨਾਂ ਨਾਲ ਕੱਲ੍ਹ ਹੀ ਹੋਈ ਸੀ। ਵਿਗਿਆਨ ਦੀ BA ਹਨ ਤੇ ਫਿਰ ਕਿਸੇ ਦਿਨ ਉਹਨਾਂ ਨੂੰ ਈਸ਼ਵਰ ਦੀ ਧੁਨ ਨੇ ਫੜ ਲਿਆ ਸੀ।
ਉਦੋਂ ਤੋਂ ਅਨੇਕ ਸਾਲ ਇਸੇ ਧੁਨ 'ਚ ਗਏ ਹਨ, ਪਰ ਕੁਝ ਪ੍ਰਾਪਤ ਨਹੀਂ ਹੋਇਆ। ਮੈਂ ਭਜਨ ਨੂੰ ਸੁਣ ਕੇ ਚੁੱਪ ਸੀ। ਉਹਨਾਂ ਦੀ ਆਵਾਜ਼ ਮਿੱਠੀ ਸੀ ਤੇ ਮਨ ਨੂੰ ਛੂੰਹਦੀ ਸੀ। ਫਿਰ ਭਜਨ ਦੇ ਪਿੱਛੇ ਦਿਲ ਸੀ ਤੇ ਉਸ ਕਾਰਨ ਗੀਤ ਜੀਵੰਤ ਹੋ ਉੱਠਿਆ ਸੀ। ਮੇਰੇ ਮਨ 'ਚ ਉਹਦੀ ਧੁਨੀ ਗੂੰਜ ਰਹੀ ਸੀ, ਪਰ ਉਹਨਾਂ ਨੇ ਇਸ ਮੌਨ ਨੂੰ ਤੋੜ ਕੇ ਅਚਾਨਕ ਪੁੱਛਿਆ ਸੀ ਕਿ ਈਸ਼ਵਰ ਦੀ ਤਲਾਸ਼ 'ਚ ਕਿਤੇ ਭਰਮ ਹੀ ਤਾਂ ਨਹੀਂ ਹੈ। ਪਰ ਮੈਂ ਆਸ਼ਾ ਨਾਲ ਭਰਿਆ ਸੀ। ਫਿਰ ਹੌਲੀ-ਹੌਲੀ ਨਿਰਾਸ਼ ਹੁੰਦਾ ਗਿਆ ਹਾਂ। ਮੈਂ ਫਿਰ ਵੀ ਥੋੜ੍ਹੀ ਦੇਰ ਚੁੱਪ ਰਿਹਾ ਤੇ ਬਾਅਦ 'ਚ ਕਿਹਾ, ਈਸ਼ਵਰ ਦੀ ਤਲਾਸ਼ ਭਰਮ ਹੀ ਹੈ, ਕਿਉਂਕਿ ਈਸ਼ਵਰ ਨੂੰ ਖੋਜਣ ਦਾ ਸਵਾਲ ਹੀ ਨਹੀਂ ਉੱਠਦਾ। ਉਹ ਸਦਾ ਹੀ ਉਪਸਥਿਤ ਹੈ, ਪਰ ਸਾਡੇ ਕੋਲ ਉਹਨੂੰ ਦੇਖ ਸਕੀਏ ਅਜਿਹੀਆਂ ਅੱਖਾਂ ਨਹੀਂ ਹਨ। ਇਸ ਲਈ ਅਸਲੀ ਖੋਜ ਸਹੀ ਦ੍ਰਿਸ਼ਟੀ ਨੂੰ ਪਾਉਣ ਦੀ ਹੈ। ਇੱਕ ਅੰਨਾ ਆਦਮੀ ਸੀ। ਉਹ ਸੂਰਜ ਨੂੰ ਖੋਜਣਾ ਚਾਹੁੰਦਾ ਸੀ। ਉਹ ਖੋਜ ਗਲਤ ਸੀ। ਸੂਰਜ ਤਾਂ ਹੈ ਹੀ ਅੱਖਾਂ ਖੋਜਦੀਆਂ ਹਨ। ਅੱਖਾਂ ਪਾਉਂਦੇ ਹੀ ਸੂਰਜ ਮਿਲ ਜਾਂਦਾ ਹੈ। ਅਕਸਰ ਈਸ਼ਵਰ ਦਾ ਮੁਤਲਾਸ਼ੀ ਸਿੱਧੇ ਈਸ਼ਵਰ ਨੂੰ ਖੋਜਣ ਲੱਗ ਜਾਂਦਾ ਹੈ। ਉਹ ਆਪਣੀਆਂ ਅੱਖਾਂ ਦਾ ਵਿਚਾਰ ਹੀ ਨਹੀਂ ਕਰਦਾ। ਇਹ ਗਲਤ ਸੋਚ ਨਤੀਜੇ ਵਿੱਚ ਨਿਰਾਸ਼ਾ ਲਿਆਉਂਦੀ ਹੈ। ਮੇਰਾ ਦੇਖਣਾ ਵਿਰੋਧੀ ਹੈ। ਮੈਂ ਦੇਖਦਾ ਕਿ ਅਸਲੀ ਪ੍ਰਸ਼ਨ ਮੇਰਾ ਹੈ ਤੇ ਮੇਰੇ ਪਰਿਵਰਤਨ ਦਾ ਹੈ। ਮੈਂ ਜੈਸਾ ਹਾਂ, ਮੇਰੀਆਂ ਅੱਖਾਂ ਜਿਹੋ ਜਿਹੀਆਂ ਹਨ, ਉਹ ਮੇਰੇ ਗਿਆਨ ਦੀ ਤੇ ਦਰਸ਼ਨ ਦੀ ਸੀਮਾ ਹੈ। ਮੈਂ ਬਦਲਾਂ, ਮੇਰੀਆਂ ਅੱਖਾਂ ਬਦਲਣ, ਮੇਰੀ ਚੇਤਨਾ ਬਦਲੇ ਤਾਂ ਜੋ ਵੀ ਅਦ੍ਰਿਸ਼ ਹੈ ਉਹ ਦ੍ਰਿਸ਼ ਹੋ ਜਾਂਦਾ ਹੈ ਤੇ ਫਿਰ ਜੋ ਹੁਣ ਅਸੀਂ ਦੇਖ ਰਹੇ ਹਾਂ ਉਹਦੀ ਗਹਿਰਾਈ 'ਚੋਂ ਈਸ਼ਵਰ ਪ੍ਰਾਪਤ ਹੋ ਜਾਂਦਾ ਹੈ। ਸੰਸਾਰ ਵਿੱਚ ਹੀ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਮੈਂ ਕਹਿਣਾ, ਧਰਮ ਈਸ਼ਵਰ ਨੂੰ ਪਾਉਣ ਦਾ ਨਹੀਂ, ਸਿਰਫ ਨਵੀਂ ਦ੍ਰਿਸ਼ਟੀ, ਨਵੀਂ ਚੇਤਨਾ ਪਾਉਣ ਦਾ ਵਿਗਿਆਨ ਹੈ। ਪ੍ਰਭੂ ਤਾਂ ਹੈ ਹੀ, ਅਸੀਂ ਉਸ 'ਚ ਖੜੇ ਹਾਂ, ਉਸ ਵਿੱਚ ਹੀ ਜੀ ਰਹੇ ਹਾਂ, ਪਰ ਅੱਖਾਂ ਨਹੀਂ ਹਨ। ਇਸ ਲਈ ਸੂਰਜ ਦਿਖਾਈ ਨਹੀਂ ਦਿੰਦਾ। ਸੂਰਜ ਨੂੰ ਨਹੀਂ, ਅੱਖਾਂ ਨੂੰ ਖੋਜਣਾ ਹੈ। ਧੰਨਵਾਦ। ਗੌਤਮ ਬੁੱਧ ਨੇ 4 ਆਰੀਆ ਸੱਚ ਕਹੇ ਹਨ। ਦੁੱਖ, ਦੁੱਖ ਦਾ ਕਾਰਨ, ਦੁੱਖ ਨਿਰੋਧ ਤੇ ਦੁੱਖ ਨਿਰੋਧ ਦਾ ਰਸਤਾ। ਜੀਵਨ 'ਚ ਦੁੱਖ ਹੈ, ਦੁੱਖ ਦਾ ਕਾਰਨ ਹੈ। ਇਸ ਦੁੱਖ ਦਾ ਨਿਰੋਧ ਹੋ ਸਕਦਾ ਹੈ ਤੇ ਦੁੱਖ ਨਿਰੋਧ ਹੋਣ ਦਾ ਰਸਤਾ ਹੈ। ਮੈਂ 5ਵਾਂ ਆਰੀਆ ਸੱਚ ਦੇਖਦਾ। ਇਹ 5ਵਾਂ ਇਹਨਾਂ 4 ਤੋਂ ਪਹਿਲਾਂ ਹੈ। ਉਹ ਹੈ, ਇਸ ਲਈ ਇਹ ਚਾਰੇ ਹਨ। ਉਹ ਨਾ ਹੋਵੇ ਤਾਂ ਇਹ ਚਾਰੇ ਵੀ ਨਹੀਂ ਰਹਿ ਸਕਦੇ। ਇਹ 5ਵਾਂ ਜਾਂ ਪਹਿਲਾ ਆਰੀਆ ਸੱਚ ਕੀ ਹੈ? ਉਹ ਸੱਚ ਹੈ। ਦੁੱਖ ਦੇ ਪ੍ਰਤੀ ਮੂਰਛਾ। ਦੁੱਖ ਹੈ, ਪਰ ਅਸੀਂ ਉਹਦੇ ਪ੍ਰਤੀ ਬੇਹੋਸ਼ ਹਾਂ। ਇਸ ਬੇਹੋਸ਼ੀ ਨਾਲ ਹੀ ਉਹ ਸਾਨੂੰ ਦਿਸਦਾ ਨਹੀਂ ਹੈ। ਇਸ ਬੇਹੋਸ਼ੀ ਨਾਲ ਅਸੀਂ ਉਸ ਵਿੱਚ ਹੁੰਦੇ ਹਾਂ, ਪਰ ਉਹ ਸਾਨੂੰ ਸਤੰਪਤ ਨਹੀਂ ਕਰਦਾ ਤੇ ਇਸ ਧੁੰਦਲੀ ਬੇਹੋਸ਼ੀ ਵਿੱਚ, ਸੁਸਤੀ ਵਿੱਚ ਜੀਵਨ ਬੀਤਦਾ ਹੈ ਤੇ ਜੋ ਦੁੱਖ ਸੀ ਉਹ ਝੱਲ ਲਿਆ ਜਾਂਦਾ ਹੈ। ਇਸ ਬੇਹੋਸ਼ੀ ਵਿੱਚ, ਅਚੇਤਨਤਾ ਵਿੱਚ ਜੋ ਹੈ ਉਹ ਅੱਖ 'ਚ ਨਹੀਂ ਆਉਂਦਾ। ਜੋ ਨਹੀਂ ਹੈ ਉਹਦੇ ਸੁਪਨੇ ਚੱਲਦੇ ਰਹਿੰਦੇ ਹਨ। ਵਰਤਮਾਨ ਦੇ ਪ੍ਰਤੀ ਅੰਨਾਪਣ ਹੁੰਦਾ ਹੈ ਤੇ ਭਵਿੱਖ ਵਿੱਚ ਦ੍ਰਿਸ਼ਟੀ ਬਣੀ ਰਹਿੰਦੀ ਹੈ। ਭਵਿੱਖ ਦੇ ਸੁਖੀ ਸੁਪਨਿਆਂ ਦੇ ਨਸ਼ੇ ਵਿੱਚ ਵਰਤਮਾਨ ਦਾ ਦੁੱਖ ਡੁੱਬਿਆ ਰਹਿੰਦਾ ਹੈ। ਇਸ ਵਿਧੀ ਨਾਲ ਦੁੱਖ ਦਿਸਦਾ ਨਹੀਂ ਹੈ ਤੇ ਉਹਦੇ ਪਾਰ ਉੱਠਣ ਦਾ ਪ੍ਰਸ਼ਨ ਵੀ ਨਹੀਂ ਉੱਠਦਾ। ਇੱਕ ਕੈਦੀ ਨੂੰ ਜੇ ਆਪਣੀ ਜੇਲ੍ਹ ਦੀਆਂ ਦੀਵਾਰਾਂ ਤੇ ਜੰਜ਼ੀਰਾਂ ਦਾ ਬੋਝ ਹੀ ਨਾ ਹੋਵੇ ਤਾਂ ਉਸ 'ਚ ਮੁਕਤੀ ਦੀ ਲਾਲਸਾ ਦੇ ਪੈਦਾ ਹੋਣ ਦਾ ਪ੍ਰਸ਼ਨ ਹੀ ਕਿੱਥੇ ਰਹਿੰਦਾ ਹੈ। ਇਸ ਨਾਲ ਇਸ ਸੱਚ ਨੂੰ ਕਿ ਅਸੀਂ ਦੁੱਖ ਪ੍ਰਤੀ ਬੇਹੋਸ਼ੀ 'ਚ ਹਾਂ, ਜੀਵਨ ਦੁੱਖ ਹੈ, ਇਹ ਸੱਚ ਸਾਡੀ ਚੇਤਨਾ 'ਚ ਨਹੀਂ ਹੈ। ਇਹਨੂੰ ਮੈਂ ਪਹਿਲਾਂ ਆਰੀਆ ਸੱਚ ਕਹਿੰਦਾ ਹਾਂ, ਬਾਕੀ ਚਾਰੇ ਬਾਅਦ 'ਚ ਆਉਂਦੇ ਹਨ। ਦੁੱਖ ਪ੍ਰਤੀ ਮੇਰੇ ਜਾਗਦੇ ਹੀ ਉਹਨਾਂ ਦਾ ਦਰਸ਼ਨ ਹੁੰਦਾ ਹੈ। ਧੰਨਵਾਦ। ਮੈਂ ਉਂਗਲੀਆਂ ਤੇ ਗਿਣੀਆਂ ਜਾ ਸਕਣ ਉਨੀਆਂ ਗੱਲਾਂ ਕਹਿੰਦਾ ਹਾਂ। ਪਹਿਲੀ, ਮਨ ਨੂੰ ਜਾਣਨਾ ਜੋ ਇੰਨਾ ਨੇੜੇ ਹੈ ਫਿਰ ਵੀ ਇੰਨਾ ਅਗਿਆਤ ਹੈ। ਦੂਸਰਾ, ਮਨ ਨੂੰ ਬਦਲਣਾ ਜੋ ਇੰਨਾ ਹਠੀ ਹੈ ਪਰ ਪਰਿਵਰਤਿਤ ਹੋਣ ਨੂੰ ਇੰਨਾ ਆਤੁਰ ਹੈ। ਤੀਜਾ, ਮਨ ਨੂੰ ਮੁਕਤ ਕਰਨਾ ਹੈ ਜੋ ਪੂਰਾ ਬੰਧਨ ਵਿੱਚ ਹੈ ਕਿੰਤੂ ਹੁਣੇ ਤੇ ਇੱਥੇ ਮੁਕਤ ਹੋ ਸਕਦਾ ਹੈ। ਇਹ ਤਿੰਨੇ ਗੱਲਾਂ ਵੀ ਕਹਿਣ ਦੀਆਂ ਹਨ। ਕਰਨਾ ਤਾਂ ਸਿਰਫ ਇੱਕ ਹੀ ਕੰਮ ਹੈ, ਉਹ ਹੈ ਮਨ ਨੂੰ ਜਾਣਨਾ। ਬਾਕੀ ਦੋ ਉਸ ਇੱਕ ਦੇ ਹੋਣ ਤੇ ਆਪਣੇ ਆਪ ਹੋ ਜਾਂਦੀਆਂ ਹਨ। ਗਿਆਨ ਹੀ ਬਦਲਾਹਟ ਹੈ, ਗਿਆਨ ਹੀ ਮੁਕਤੀ ਹੈ। ਇਹ ਕੱਲ ਕਹਿੰਦਾ ਸੀ ਕਿ ਕਿਸੇ ਨੇ ਪੁੱਛਿਆ ਜਾਣਨਾ ਕਿਵੇਂ ਹੋਵੇ। ਇਹ ਜਾਣਨਾ ਜਾਗਣ ਨਾਲ ਹੁੰਦਾ ਹੈ। ਸਰੀਰ ਤੇ ਮਨ ਦੋਵੇਂ ਸਾਡੀਆਂ ਕਿਰਿਆਵਾਂ ਬੇਹੋਸ਼ ਹਨ। ਹਰੇਕ ਕਿਰਿਆ ਦੇ ਪਿੱਛੇ ਜਾਗਣਾ ਜ਼ਰੂਰੀ ਹੈ। ਮੈਂ ਚੱਲ ਰਿਹਾ, ਮੈਂ ਬੈਠਾ ਜਾਂ ਮੈਂ ਲੇਟਿਆ, ਇਹਦੇ ਪ੍ਰਤੀ ਸਹੀ ਯਾਦ ਚਾਹੀਦੀ ਹੈ। ਮੈਂ ਬੈਠਣਾ ਚਾਹੁੰਦਾ ਹਾਂ, ਇਸ ਮਨੋਭਾਵ ਜਾਂ ਇੱਛਾ ਦੇ ਪ੍ਰਤੀ ਵੀ ਜਾਗਣਾ ਹੈ। ਚਿੱਤ ਤੇ ਕ੍ਰੋਧ ਹੈ ਜਾਂ ਨਹੀਂ ਹੈ, ਇਸ ਸਥਿਤੀ ਨੂੰ ਦੇਖਣਾ ਹੈ। ਵਿਚਾਰ ਚੱਲ ਰਹੇ ਹਨ ਜਾਂ ਨਹੀਂ ਚੱਲ ਰਹੇ,
ਉਹਨਾਂ ਦੇ ਪ੍ਰਤੀ ਵੀ ਸਾਖੀ ਹੋਣਾ ਹੈ। ਇਹ ਜਾਗਰਣ ਦਮਨ ਨਾਲ ਜਾਂ ਸੰਘਰਸ਼ ਨਾਲ ਨਹੀਂ ਹੋ ਸਕਦਾ। ਕੋਈ ਨਿਰਣਾ ਨਹੀਂ ਲੈਣਾ, ਸੱਚ ਅਸੱਚ ਦੇ ਵਿੱਚ ਕੋਈ ਚੋਣ ਨਹੀਂ ਕਰਨੀ, ਸਿਰਫ ਜਾਗਣਾ ਹੈ, ਬਸ ਜਾਗਣਾ ਹੈ। ਜਾਗਦੇ ਹੀ ਮਨ ਦਾ ਭੇਦ ਖੁੱਲ ਜਾਂਦਾ ਹੈ, ਮਨ ਜਾਣ ਲਿਆ ਜਾਂਦਾ ਹੈ। ਸਿਰਫ ਜਾਣਨ ਨਾਲ ਪਰਿਵਰਤਨ ਹੋ ਜਾਂਦਾ ਹੈ ਤੇ ਪਰਿਪੂਰਨ ਜਾਣਨ ਨਾਲ ਮੁਕਤੀ ਹੋ ਜਾਂਦੀ ਹੈ। ਇਸੇ ਲਈ ਮੈਂ ਕਹਿੰਦਾ, ਮਨ ਦੀ ਬਿਮਾਰੀ ਤੋਂ ਮੁਕਤੀ ਆਸਾਨ ਹੈ, ਕਿਉਂਕਿ ਇੱਥੇ ਨਿਦਾਨ ਹੀ ਉਪਚਾਰ ਵੀ ਹੈ। ਧੰਨਵਾਦ।